ਬਈ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਠੁਣੀਆਂ ਰਾਮ ਵੱਲੋਂ ਕੈਨੇਡੀਅਨ ਦਿਹਾਤੀ ਪ੍ਰੋਗਰਾਮ ਟੋਰਾਂਟੋ ਕੈਨੇਡਾ ਤੋਂ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਤੇ ਮਿੰਗਾਲਾ ਬਾਹਰ। ਇਹ ਬਾਹਰ ਇਹ ਕਿਹੜਾ ਭਾਸ਼ਾ ਹੋਈ? ਮਿੰਗਾਲਾ ਬਾਹਰ ਜੇ ਮੈਂ ਸਹੀ ਪ੍ਰੋਨਾਉਂਸ ਕਰ ਰਿਹਾ, ਸਹੀ ਉਚਾਰਨ ਕਰ ਰਿਹਾ ਤੇ ਇਹ ਜਿਹੜੀ ਹੈਗੀ ਆ ਬਰਮੀਸ ਵਿੱਚ ਆਪਣਾ। ਅੱਛਾ, ਵਾਓ, ਵੈਰੀ ਗੁੱਡ। ਬਰਮਾ ਵਿੱਚ ਤੇ ਆਪਣੇ ਵਿੱਚ ਇੱਕ ਚੀਜ਼ ਵੱਡੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਸਤਿ ਸ੍ਰੀ ਅਕਾਲ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਜੀ ਆਇਆਂ। ਤੇ ਕਾਕਾ ਜੀ ਵੇਖ ਲਓ, ਦਸੰਬਰ ਮਹੀਨਾ ਸ਼ੁਰੂ ਹੋ ਗਿਆ। ਵੈਰੀ ਗੁੱਡ। ਖਾਸ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਯੂਰਪ ਵਿੱਚ ਬੜੀ ਰੌਣਕ ਹੋ ਜਾਂਦੀ ਇਹਨਾਂ ਮਹੀਨਿਆਂ 'ਚ। ਇਹ ਤਾਂ ਵਿਆਹ ਵਰਗਾ ਮਾਹੌਲ ਹੁੰਦਾ ਹਰੇਕ ਘਰ ਦਾ। ਔਰ ਕਈ ਸਾਰੇ ਧਰਮ ਨੇ ਜਿਹੜੇ ਨਹੀਂ ਮਨਾਉਂਦੇ, ਪਰ ਆਪਣੇ ਘਰਾਂ ਦੇ ਵਿੱਚ, ਪੰਜਾਬੀ ਘਰਾਂ ਦੇ ਜੇ ਵੇਖਿਆ, ਆਮ ਤੌਰ ਤੇ ਕ੍ਰਿਸਮਸ ਟਰੀ ਲੱਗੇ ਹੁੰਦੇ ਆ। ਵੇਖੋ ਜੀ, ਪੰਜਾਬੀਆਂ ਨੂੰ ਤਾਂ ਇਹੋ ਜਿਹੀ ਬਾਬਾ ਜੀ ਦੀ ਬਖਸ਼ਿਸ਼ ਆ ਤੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨਬੋ, ਸਾਨੂੰ ਤਾਂ ਸਾਡੇ ਗੁਰੂ ਕਹਿ ਗਏ। ਤੋ ਅਸੀਂ ਭਾਈ ਦੀਵਾਲੀ ਵੀ ਮਨਾਈ ਦੀ ਆ, ਅਸੀਂ ਕ੍ਰਿਸਮਸ ਵੀ ਮਨਾਈ ਦੀ ਆ ਤੇ ਈਦ ਵੀ ਮਨਾ ਲਈ ਦੀ ਆ। ਬਾਕੀ ਆਪਣੇ ਤਾਂ ਫੰਕਸ਼ਨ ਸਾਡੇ ਚੱਲਦੇ ਹੀ ਰਹਿੰਦੇ। ਵੱਡੀ ਗੱਲ ਇਹ ਨਾਲ ਅਸੀਂ ਰੂਸੀ ਵੀ ਮਨਾਈ ਦੀ ਆ। ਰੂਸੀ ਵੀ ਮਨਾਈ ਦੀ ਆ। ਬਿਲਕੁਲ। ਅਸੀਂ ਐਕਸਟ੍ਰੀਮ ਨਹੀਂ ਜਾਂਦੇ ਕਦੇ, ਵੈਸੇ ਜਿਹਾ ਫੇ ਮਨਾ ਲਈਦਾ ਵੀ ਬਸ। ਤੇ ਇਹ ਬੜੀ ਖਾਸੀਅਤ ਆ ਜੀ ਪੰਜਾਬੀਆਂ ਦੀ। ਸੋ ਬੜੇ ਦਰਿਆ ਦਿਲ ਨੇ, ਬੜੇ ਇਹ ਔਰ ਜਿਹੜਾ ਇਹ ਆਪਣਾ ਇੱਥੇ ਇਹ ਫੰਕਸ਼ਨ ਨੇ ਨਾ, ਖਾਸ ਤੌਰ ਤੇ ਇਹ ਜਿਹੜੇ ਛੁੱਟੀਆਂ ਆਉਂਦੀਆਂ ਨੇ, ਕ੍ਰਿਸਮਸ ਦੇ ਨੇ, ਇਹ ਕਲਚਰਲ ਬਣ ਗਏ ਨੇ ਇੱਥੋਂ ਦੇ। ਬਿਲਕੁਲ। ਕਿਉਂਕਿ ਸੈਂਟਾ ਕਲੌਸ ਹੈ ਜਿਹੜਾ ਧਾਰਮਿਕ ਲੈਣ ਦੇਣ ਹੈ ਨਹੀਂ, ਮੈਨੂੰ ਲੱਗਦਾ ਕੋਈ ਉਹਦਾ। ਉਹ ਸਿਰਫ ਲੋਕਾਂ ਦੇ ਵਿੱਚ ਹੋਰ ਰੰਗ ਭਰਨ ਦੇ ਲਈ। ਤੇ ਛੋਟੇ ਛੋਟੇ ਬੱਚਿਆਂ ਦੀ, ਮੈਨੂੰ ਨਹੀਂ ਲੱਗਦਾ ਕਿਸੇ ਵੀ ਪਰਿਵਾਰ ਦੇ ਬੱਚੇ ਇਹੋ ਜਿਹੇ ਹੋਣਗੇ ਛੋਟੇ ਜਿਨ੍ਹਾਂ ਦੀ ਸੈਂਟਾ ਕਲੌਸ ਨਾਲ ਫੋਟੋ ਨਾ ਕਰਾਈ ਜਾਂਦੀ ਹੋਵੇ। ਬਿਲਕੁਲ ਜੀ, ਬਿਲਕੁਲ। ਬੱਚਿਆਂ ਦੇ ਮਨ ਵਿੱਚ ਏਦਾਂ ਨਾ, ਜਿੱਦਾਂ ਇੱਕ ਪਰੀ ਆਉਂਦੀ ਆ ਜੀ ਉੜ ਕੇ ਸਾਡੇ ਕਹਾਣੀਆਂ 'ਚ। ਸਹੀ ਹੈ। ਸਾਡੇ ਬੱਚੇ ਵੀ ਕਹਿੰਦੇ ਜੀ ਪਰੀ ਆਈ ਆ ਤੇ ਏਦਾਂ ਹੋ ਜਾਣਾ, ਏਦਾਂ ਹੋ ਜਾਣਾ। ਏਦਾਂ ਹੀ ਸੈਂਟਾ ਕਲੌਸ ਵਾ। ਸੈਂਟਾ ਕਲੌਸ ਇੱਥੇ ਨਿਆਣਿਆਂ ਲਈ ਤੋਹਫੇ ਲੈ ਕੇ ਆਉਂਦਾ, ਖਿਡੌਣੇ ਲੈ ਕੇ ਆਉਂਦਾ, ਗਿਫਟਾਂ ਲੈ ਕੇ ਆਉਂਦਾ ਹੈ ਤੇ ਜਾਂਦਾ ਹੋਇਆ ਕੁੱਕੀਆਂ ਖਾ ਜਾਂਦਾ ਤੇ ਦੁੱਧ ਪੀ ਜਾਂਦਾ। ਬਿਲਕੁਲ ਜੀ, ਬਿਲਕੁਲ। ਉਹ ਵੀ ਰੱਖ ਕੇ ਸੌਂਦੇ ਬੱਚੇ। ਸ਼੍ਰੀ ਕ੍ਰਿਸ਼ਨਾ ਨੂੰ ਇਹ ਵੀ ਦੁੱਧ ਪੀ ਜਾਂਦਾ ਤੇ ਮੱਖਣ ਖਾ ਜਾਂਦਾ ਹੈ। ਇਹੋ ਜੀ। ਬਿਲਕੁਲ ਜੀ, ਬਿਲਕੁਲ। ਸੈਂਟਾ ਕਲੌਸ ਦਾ ਕੁਛ ਇਹੋ ਜਿਹਾ ਬਹਾਦਰਾ ਇੱਥੇ। ਮੈਂ ਕਿਹਾ ਬਈ ਸਾਡੇ ਤਾਂ ਪੰਜਾਬ 'ਚ ਘਰ ਘਰ ਏਦਾਂ ਦਾ ਸੈਂਟਾ ਕਲੌਸ ਵਾ। ਹਰੇਕ ਦੀ ਦਾੜੀ ਚਿੱਟੀ ਆ, ਹਰੇਕ ਦੀਆਂ ਮੁੱਛਾਂ ਹੈਗੀ। ਔਰ ਮੋਟਾ ਜਿਹਾ, ਔਰ ਮੋਟੇ ਬੰਦੇ ਹੋ ਰਹੇ ਨੇ। ਕਈ ਬੰਦਿਆਂ ਨੇ ਬਹੁਤ ਜ਼ਿਆਦਾ ਖਾਧਾ, ਜਿੰਨਾ ਪ੍ਰਕਾਸ਼ ਸਿੰਘ ਬਾਦਲ ਨੇ ਖਾਧਾ ਹੈ। ਤੇ ਜੇ ਉਹ ਮੋਟਾ ਹੋਣ ਲੱਗਦਾ, ਹੁਣ ਤੱਕ 4 ਮੀਲਾਂ 'ਚ ਫੈਲ ਜਾਂਦਾ। ਉਹ ਡਾਈਟਿੰਗ ਰੱਖਦਾ ਜੀ ਨਾਲ, ਡਾਈਟੀਸ਼ੀਅਨ ਉਹਨੇ ਸਿਰਫ ਦੇਸ਼ ਖਾਧਾ। ਉਹਨੇ ਰੋਟੀ ਨਹੀਂ ਖਾਧੀ। ਦੇਖੋ ਜੀ, ਕੱਲਾ ਬਾਦਲ ਸਾਹਿਬ ਦਾ ਤਾਂ ਨਾਂ ਲੈਣਾ ਕੋਈ ਵਧੀਆ ਗੱਲ ਨਹੀਂ। ਅੱਛਾ, ਮੈਨੂੰ ਇਹ ਦੱਸੋ ਵੀ ਕਿਹੜੇ ਪੋਲੀਟੀਸ਼ੀਅਨ ਨੇ ਨਹੀਂ ਖਾਧਾ? ਔਰ ਲੋਕ ਕਹਿੰਦੇ ਨੇ, ਜਿੰਨੇ ਵੀ ਪੋਲੀਟੀਸ਼ੀਅਨ ਹੋਏ ਜਿਹੜੇ ਉਹਦੇ ਦੋਸਤ ਆ, ਉਹ ਕਹਿੰਦੇ ਸਾਡੇ ਨੇ ਨਹੀਂ ਖਾਧਾ। ਕਿਉਂਕਿ ਉਹਨਾਂ ਨੇ ਆਪ ਖਾਧਾ ਹੁੰਦਾ ਨਾਲ ਉਹਦੇ। ਆਪ ਬਚਦੇ ਆ ਤਾਂ ਹੀ ਕਹਿੰਦੇ ਸਾਡੇ ਨੇ ਨਹੀਂ ਖਾਧਾ। ਔਰ ਦੂਜੀ ਗੱਲ ਇਹ ਠੁਣੀਆ ਰਾਮ ਜੀ, ਜਿਹੜਾ ਪੋਲੀਟੀਸ਼ੀਅਨ ਹੈ ਉਹ ਕੋਈ ਉੱਥੇ ਰੱਬ ਪਾਉਣ ਤੇ ਗਿਆ ਨਹੀਂ, ਪੈਸਾ ਕਮਾਉਣ ਗਿਆ ਹੈ। ਬਿਲਕੁਲ ਜੀ, ਬਿਲਕੁਲ। ਤੇ ਜਿਹੜਾ ਪੈਸਾ ਕਮਾਉਣ ਗਿਆ ਉਹਨੇ ਪੈਸਾ ਹੀ ਕਮਾਉਣਾ ਹੈ। ਤੇ ਇਸ ਲਈ ਵੀ ਜੇ ਉਹ ਖਾਂਦੇ ਆ ਤੇ ਮੈਨੂੰ ਲੱਗਦਾ ਉਹਨਾਂ ਦਾ ਹੱਕ ਹੈ। ਦੇਖੋ ਜੀ, ਹੁਣ ਸਮਾਂ ਆਉਣਾ ਚਾਹੀਦਾ ਆ ਭਾਰਤ ਵਰਗੇ ਮੁਲਕ ਵਿੱਚ, ਜਿੱਥੇ ਸੱਚੇ ਸੁੱਚੇ ਤੇ ਵਧੀਆ ਆਗੂ ਆਣ। ਕਿਉਂਕਿ ਭਗਤ ਸਿੰਘ ਹੋਣੀ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਹੋਰ ਏਦਾਂ ਦੇ ਨੇਤਾ ਵੀ ਉੱਥੇ ਹੀ ਸੀਗੇ। ਮੁੜ ਕੇ ਆਉਣਗੇ ਕਦੇ ਨਾ ਕਦੇ ਤਾਂ, ਪਤਾ ਇਹੋ ਜਿਹਿਆਂ ਨੂੰ ਲਾਣਗੇ ਖੂੰਜੇ ਸਾਰਿਆਂ ਨੂੰ। ਪਰ ਹੁਣ ਲੜਾਈ ਪਹਿਲਾਂ ਤੇ ਬਾਹਰਲੇ ਨਾਲ ਸੀ, ਹੁਣ ਆਪਦੇ ਨਾਲ ਤੁਸੀਂ ਕਿੰਨਾ ਕੁ ਲੜ ਸਕਦੇ ਹੋ? ਲੜੂਗੇ ਜੀ, ਲੜੂ। ਔਰ ਹੁਣ ਹਰੇਕ ਬੰਦਾ ਕਹਿੰਦਾ ਜੀ ਮੈਂ ਸੁਭਾਸ਼ ਚੰਦਰ ਬੋਸ ਆ, ਮੈਂ ਤਾਂ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇ ਰਿਹਾ। ਆਪਣਾ ਚੰਨੀ ਨਹੀਂ, ਆਪਣਾ CM ਪੰਜਾਬ ਦਾ, ਉਹ ਕਹਿੰਦਾ ਜਿਹੜਾ ਇਹ ਆਪਣਾ ਕੇਜਰੀਵਾਲ ਹੈ ਉਹ ਕਾਲਾ ਅੰਗਰੇਜ਼ ਹੈ। ਨਰੋਬੀ ਵਾਲਾ। ਉਹਨਾਂ ਦੇ ਬੰਦੇ ਕਹਿੰਦੇ ਵੀ ਤੂੰ ਕਿਹੜਾ ਉਸਦੇ ਅਮਰੀਕਨ ਅੰਗਰੇਜ਼ ਹੈ। ਤੂੰ ਆਪ ਵੀ ਤੇ ਇਦਾਂ ਦਾ ਜਿੱਦਾਂ ਬੰਬ ਧਮਾਕੇ ਚੋਂ ਬਚ ਕੇ ਆਇਆ ਹੁੰਦਾ, ਧੂਆਂ ਲਗਾਇਆ ਹੁੰਦਾ ਜਿੱਦਾਂ। ਕਿਉਂ ਜੀ?
ਉਹਦਾ ਨੈਣ ਨਕਸ਼ ਵਧੀਆ ਦੋਹਾਂ ਦੇ। ਅੱਛਾ ਹਾਂ, ਵੇਖਣ ਨੂੰ ਠੀਕ ਲੱਗਦੇ। ਜਦੋਂ ਬੰਦਾ ਪਾਵਰ ਚ ਆ ਜਾਵੇ ਨਾ ਹਾਂ, ਉਦੋਂ ਫਿਰ ਬੁੱਧੂ ਤੋਂ ਬੁੱਧੂ ਬੰਦਾ ਵੀ ਚੰਗਾ ਲੱਗਦਾ। ਹਾਂ ਬਿਲਕੁਲ ਜੀ, ਬਿਲਕੁਲ। ਕਿਉਂਕਿ ਜਿਹਦੇ ਪੇਟ ਨਾਲ ਪਈਆਂ ਰੋਟੀਆਂ ਦੇ ਸਭੇ ਗੱਲਾਂ ਖੋਟੀਆਂ ਖੋਟੀਆਂ ਤੇ ਜੀ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਖਬਰੇ ਵੀ ਸਿਆਣੇ। ਸਾਡੇ ਦੇਖੋ ਕਿੱਦਾਂ ਸਾਰੇ ਸਿਆਣੇ ਬੈਠੇ ਚੰਡੀਗੜ੍ਹ ਜਾ ਕੇ। ਜ਼ਿਆਦਾ ਸਿਆਣੇ ਦਿੱਲੀ ਬੈਠੇ ਆ। ਜਿਹੜੇ ਹੋਰ ਸਿਆਣੇ ਸੀ। ਤੇ ਔਰ ਠੁਣੀਆ ਰਾਮ ਜੀ, ਹਾਂ, ਤੁਸੀਂ ਬੰਬ ਦੀ ਗੱਲ ਕੀਤੀ ਹੈ ਤੇ 1 ਕਿਲੋ ਨਾ RDX ਫੜੀ ਗਈ ਹੈ ਗੁਰਦਾਸਪੁਰ। ਵਾਹ ਜੀ ਵਾਹ। ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਜੇ ਫੜੀ ਜਾਂਦੀ ਹੈ ਇਹ ਚੀਜ਼ਾਂ ਲਿਆਉਣ ਦੀ ਜ਼ਰੂਰਤ ਕਿਉਂ ਲੱਗਦੀ ਹੈ? ਆਮ ਜਨਤਾ ਨੂੰ ਕਿਉਂ ਮਾਰਨਾ ਚਾਹੁੰਦੇ ਲੋਕ? ਹਾਂ, ਇਹ ਵੇਖੋ ਜੀ, ਕੁਝ ਹੁੰਦੇ ਆ ਕਾਲੀਆਂ ਸ਼ਕਤੀਆਂ, ਕੁਝ ਇਹੋ ਜਿਹੇ ਗਰੁੱਪ ਬਣਿਓ ਆ ਜਿਹੜੇ ਚਾਹੁੰਦੇ ਆ ਵੀ ਅਮਨ ਕਦੇ ਨਾ ਬਣਿਆ ਵੇ, ਪਰ ਕਿਤੇ ਨਾ ਕਿਤੇ ਪੰਗਾ ਪਿਆ ਰਹੇ। ਪਰ ਕਿਸੇ ਉਸ ਘਰ ਦੇ ਵਿੱਚ ਮਾਤਮ ਤੁਸੀਂ ਛਾ ਦੇਣਾ ਜਾਂ ਉਹਦੇ ਘਰ ਦੇ ਮਾਤਮ ਤੁਹਾਡੇ ਕਰਕੇ ਪੈ ਜਾਣਾ, ਇਹਨਾਂ ਨੂੰ ਕੋਈ ਮਤਲਬ ਨਹੀਂ ਨਾ ਗੱਲਾਂ ਦਾ। ਇਹਨਾਂ ਨੇ ਤਾਂ ਆਪਣੇ ਹਥਿਆਰ ਵੇਚਣੇ ਆ, ਆਪਣੇ ਬੰਬ ਵੇਚਣੇ, ਤਾਂ ਆਪਣੀਆਂ ਬੰਦੂਕਾਂ ਵੇਚਣੀਆਂ। ਕਮਾਲ ਹੈ। ਜਿਹੜੇ ਲੋਕ ਕਹਿੰਦੇ ਅਸੀਂ ਦੇਸ਼ ਦੇ ਸੇਵਕ ਆ, ਉਹਨਾਂ ਦੇ ਤਾਰ ਇਹਨਾਂ ਨਾਲ ਜੁੜੇ ਹੁੰਦੇ ਬਾਅਦ। ਬਿਲਕੁਲ ਜੁੜੇ ਹੁੰਦੇ ਜੀ। ਕੱਲਾ ਬੰਦਾ ਤਾਂ ਬਾਹਰਲਾ ਬੰਦਾ ਤਾਂ ਕੋਈ ਕੁਝ ਕਰ ਹੀ ਨਹੀਂ ਸਕਦਾ ਜਦ ਤੱਕ ਅੰਦਰਲਾ ਨਾ ਰਲੇ ਉਹਨਾਂ ਦੇ। ਔਰ ਗਰੀਬ ਬੰਦਾ ਤੇ ਮੈਨੂੰ ਲੱਗਦਾ ਵੀ ਆਟਾ ਚਾਵਲ ਦਾਲਾਂ ਤੋਂ ਬਿਨਾਂ ਸੋਚਦਾ ਹੀ ਕੁਝ ਨਹੀਂ ਹੈ। ਉਹਨੂੰ ਟਾਈਮ ਕਿੱਥੇ ਹੋਰ ਕੁਝ ਸੋਚਣ ਬਾਰੇ। ਰਾਤ ਨੂੰ ਖਾ ਕੇ ਸੌਂਦਾ ਹੈ ਤਾਂ ਸਵੇਰ ਨੂੰ ਫੇਰ ਭੁੱਖ ਲੱਗੀ ਹੁੰਦੀ ਹੈ, ਸਵੇਰ ਫੇਰ ਮੋਰੇ ਖੜਾ। ਦੇਖ ਲਓ, ਪਰ ਗੱਲ ਇਹ ਆ ਵੀ ਆਮ ਬੰਦਾ ਤੇ ਇੱਕ ਉਹ ਸੋਚਦੇ ਵੀ ਤੂੰ ਆਪਦੀ ਲਾਈਨ ਬਣਾ ਲਾ, ਇੱਥੇ ਚੱਲ। ਤੇ ਪਰ ਮਨਜਿੰਦਰ ਸਿੰਘ ਸਿਰਸਾ ਚੱਲਦਾ ਸੀ ਪਹਿਲਾਂ ਅਕਾਲੀ ਦਲ ਦੀ ਲਾਈਨ ਤੇ ਹੁਣ ਉਹ ਕਹਿੰਦਾ ਵੀ ਮੋਦੀ ਦੀ ਲਾਈਨ ਹੈ ਜਿਹੜੀ ਨਾ ਵਧੀਆ, ਉਹ ਦੇਖ ਕਿੱਦਾਂ ਗਲ 'ਚ ਪਾ ਕੇ ਲੈ ਗਿਆ, ਉਹਨੇ ਖਿੱਚ ਕੇ ਲੈ ਗਿਆ ਇਹਨੂੰ, ਪਾ ਲਿਆ ਪਟਾ ਇਹਦੇ ਵੀ ਗਲ 'ਚ। ਹੁਣ ਕਰੋ ਇਹ ਵੀ ਸਨੀ ਦਿਓਲ ਕੀ ਕਹਿੰਦਾ ਸੀ, ਮੈਂ ਕਾਹਨੂੰ ਮੂੰਹੋਂ ਕੱਢਾਂ। ਵੈਸੇ ਸਿਰਸਾ ਸਾਹਿਬ ਨੇ ਆਪਣੇ ਨਾਂ ਦੇ ਨਾਲ ਮਿਲਦਾ ਜੁਲਦਾ ਕੰਮ ਕਰ ਲਿਆ। ਅੱਛਾ, ਹਾਂ, ਸਿਰ 'ਚ ਸੁਆਹ ਪਾ ਲਈ। ਸਿਰ 'ਚ ਸੁਆਹ ਪਾ ਲਈ। ਪਰ ਠੁਣੀਆ ਰਾਮ ਜੀ, ਗੱਲ ਇਹ ਹੈ ਅਕਾਲੀ ਦਲ ਦੇ ਬਾਦਲ ਦੇ ਵਿੱਚ ਸੀ, ਔਰ ਸੁਖਬੀਰ ਬਾਦਲ ਦਾ ਸਭ ਤੋਂ ਨੇੜੇ ਦਾ ਬੰਦਾ ਸਿਰਸਾ ਹੈ। ਬਿਲਕੁਲ ਜੀ, ਬਿਲਕੁਲ। ਤੇ ਜੇ ਉਹਦੇ ਨੇੜੇ ਦੇ ਬੰਦੇ ਜਾ ਰਹੇ, ਮਤਲਬ ਹੋ ਸਕਦਾ ਸੁਖਬੀਰ ਨੇ ਕਿਹਾ ਹੋਵੇ ਭਾਈ ਤੂੰ ਉਧਰਲੇ ਪਾਸੇ ਬਹਿ ਜਾ, ਤੇ ਆਪਾਂ ਓਟੇ ਦੇ ਵਿੱਚ ਦੀ ਮੋਰੀਆਂ ਨਹੀਂ ਹੁੰਦੀਆਂ, ਮਿਲ ਜੁਲ ਕੇ ਗੱਲ ਕੰਮਕਾਰ ਕਰਦੇ ਆ, ਮਿਲ ਜੁਲ ਕੇ ਕਰਦੇ ਆ। ਔਰ ਫਿਰ ਅਕਾਲੀ ਦਲ 'ਚ ਰਹਿਣਾ ਹੁਣ ਹੋ ਵੀ ਮੁਸ਼ਕਿਲ ਗਿਆ ਸੀ ਇਹਨੂੰ। ਪਿਛਲੇ ਦਿਨਾਂ ਤੁਸੀਂ ਦੇਖਿਆ ਨਹੀਂ, ਉਹ ਪੰਜਾਬੀ 'ਚ ਫੇਲ ਹੋ ਗਿਆ ਸੀ। ਊੜਾ ਐੜਾ ਨਹੀਂ ਆਉਂਦਾ ਸਿਰਸੇ ਨੂੰ ਕਹਿੰਦੇ ਪੂਰਾ। ਇਹ ਵੈਸੇ ਗੱਲ ਸਹੀ ਕੀਤੀ ਜਿਹਨੇ ਇਮਤਿਹਾਨ ਲਿਆ। ਵੈਸੇ ਮੈਂ ਵੇਖਿਆ ਕਾਕਾ ਜਿਹੜੇ ਨਾ ਆਉਂਦੇ ਆ ਪਟਨਾ ਸਾਹਿਬ ਤੋਂ, ਹਜੂਰ ਸਾਹਿਬ ਤੋਂ, ਈਵਨ ਦਿੱਲੀ ਤੋਂ ਵੀ ਰਾਗੀ ਜਿਹੜੇ ਇਹਨਾਂ ਦੇਸ਼ਾਂ ਵਿੱਚ ਆਉਂਦੇ, ਕੈਨੇਡਾ ਅਮਰੀਕਾ 'ਚ ਜੀ, ਉਹ ਵੀ ਜਦੋਂ ਸ਼ਬਦ ਪੜ੍ਹਦੇ ਆ, 2-3 ਵਾਰੀ ਮੇਰੀ ਨਜ਼ਰ ਪਈ ਬਾਜੇ ਤੇ, ਹਾਰਮੋਨੀਅਮ ਤੇ, ਉਹਨਾਂ ਨੇ ਸਾਰੀ ਗੁਰਬਾਣੀ ਹਿੰਦੀ 'ਚ ਲਿਖੀ ਹੋਆ ਉਹਨਾਂ ਨੇ। ਪੰਜਾਬੀ ਉਹਨਾਂ ਨੂੰ ਵੀ ਨਹੀਂ ਪੜ੍ਹਨੀ ਆਉਂਦੀ। ਚਲੋ, ਹਰੇਕ ਦਾ ਉਹ ਤਾਂ ਰੋਟੀ ਦਾ ਮਸਲਾ ਹੈ। ਪਰ ਰੋਟੀ ਦਾ ਮਸਲਾ ਆ, ਗੁਰਬਾਣੀ ਤਾਂ ਪੜ੍ਹਨੀ ਆਉਂਦੀ ਹੋਵੇ। ਜੇ ਤੁਸੀਂ ਰੱਬ ਦੇ ਗੁਣ ਗਾਉਣੇ ਆ, ਗ੍ਰੰਥ ਸਾਹਿਬ 'ਚੋਂ ਤੁਸੀਂ ਕਥਾ ਕਰਨੀ, ਗੱਲਬਾਤ ਕਰਨੀ ਆ, ਕੀਰਤਨ ਕਰਨਾ, ਘੱਟੋ ਘੱਟ ਤੁਹਾਨੂੰ ਗੁਰਮੁਖੀ ਤਾਂ ਆਉਂਦੀ ਹੋਵੇ। ਆਪਦੇ ਕੰਮ 'ਚ ਤਾਂ ਤੁਸੀਂ ਪੱਕੇ ਹੋਵੋ। ਬਿਲਕੁਲ, ਇਹ ਗੱਲਾਂ ਤੇ ਪੱਕੀਆਂ ਨੇ। ਔਰ ਠੁਣੀਆ ਰਾਮ ਜੀ, ਅੱਜ ਕੱਲ੍ਹ ਜਿਹੜਾ ਨਾ ਜ਼ਮਾਨਾ ਆ, ਇਹ ਕਾਲੀ ਦਾ ਆ। ਉਹ ਕਹਿੰਦੇ ਬਈ ਕਈ ਲੋਕ ਸਿੱਖਦੇ ਰਹਿੰਦੇ ਬਾਅਦ 'ਚੋਂ ਹਿੱਟ ਨਹੀਂ ਹੁੰਦੇ। ਉਹ ਕਹਿੰਦੇ ਪਹਿਲਾਂ ਹਿੱਟ ਹੋ ਲਓ, ਜੇ ਹਿੱਟ ਹੋ ਗਏ ਤੇ ਸਿੱਖ ਲਾਂਗੇ। ਬਿਲਕੁਲ ਬਿਲਕੁਲ, ਇਹਦੇ ਸਿੱਖਣ ਦੀ ਲੋੜ ਕੀ ਹੈ? ਇਹੀ ਗੱਲ ਹੈ ਜੀ, ਕਈ ਸਿੱਖ ਕੇ ਕੰਮ ਕਰਦੇ ਆ, ਕਈ ਕੰਮ ਕਰਕੇ ਬਾਅਦ 'ਚ ਸਿੱਖਦੇ ਆ। ਏਦਾਂ ਦੀਆਂ ਗੱਲਾਂ ਬਾਤਾਂ, ਇਹ ਜਿਹੜੀਆਂ ਗੱਲਾਂ ਨੇ ਚੱਲਦੀਆਂ ਰਹਿਣੀਆਂ ਨੇ। ਔਰ ਦੁਨੀਆ ਦੇ ਵਿੱਚ ਨਾ ਮੈਨੂੰ ਲੱਗਦਾ ਜਿਹੜੇ ਆਫਤਾਂ ਦੀ ਘੜੀ ਆ ਬਹੁਤ ਜ਼ਿਆਦਾ ਹੈ। ਕੋਵਿਡ ਫੈਲੀ ਹੋਈ ਆ, ਨਵਾਂ ਇੱਕ ਵੇਰੀਐਂਟ ਆ ਗਿਆ, ਹੁਣ ਇੱਕ ਹੋਰ ਆ ਗਿਆ ਅਫਰੀਕਾ 'ਚ ਕਹਿੰਦੇ। ਤੇ ਅਫਰੀਕਾ 'ਚ ਪਤਾ ਨਹੀਂ ਕਾਹਤੇ ਸਭ ਕੁਝ ਆਉਂਦਾ ਆ। ਤੇ ਹੁਣ ਬਾਕੀ ਮੁਲਕਾਂ ਨੇ ਉੱਥੋਂ ਦੇ ਫਲਾਈਟਸ ਨਾ ਆਉਣੀਆਂ ਬੰਦ ਕਰ ਦਿੱਤੀਆਂ, ਵੀ ਨਾਤੇ ਤੋੜ ਲਿਆ। ਪਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ ਆਲਰੇਡੀ ਪਹੁੰਚ ਗਿਆ। ਮੈਨੂੰ ਲੱਗਦਾ ਇਹ ਰੌਲਾ ਹੁਣ ਇਹਨਾਂ ਦਾ ਬੂਸਟਰ ਸ਼ਾਟ ਦਾ ਹੀ ਆ, ਜਿਹੜਾ ਤੀਜਾ ਟੀਕਾ ਲਾਉਣਾ ਬੰਦਿਆਂ ਤੇ। ਇਹ ਤੀਜਾ ਟੀਕਾ ਕੈਨੇਡਾ, ਅਮਰੀਕਾ ਜਾਂ ਯੂਰਪ ਦੇ ਵਿੱਚ ਹੀ ਲੱਗਣਾ, ਤੇ ਅਫਰੀਕਾ ਵਿੱਚ ਤਾਂ ਹਾਲੇ ਜਿਹੜੇ ਸੈਕੰਡ ਡੋਜ਼ ਵੀ ਉਹ 7% ਲੋਕਾਂ ਨੂੰ ਲੱਗਿਆ। ਅਜੇ ਪਹਿਲਾਂ ਹੀ ਨਹੀਂ ਲੱਗਾ ਹੋਣਾ ਉੱਥੇ, ਅਜੇ ਪਹਿਲਾਂ ਹੀ ਨਹੀਂ ਲੱਗਿਆ। ਇਸ ਲਈ ਆਈ ਡੋਨਟ ਨੋ ਕਿ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਪਰ ਜਿਹੜਾ ਸਮਾਂ ਹੈ ਨਾ, ਉਹ ਹੁਣ ਪਤਾ ਨਹੀਂ ਲੱਗ ਰਿਹਾ। ਪਹਿਲਾਂ ਤਾਂ ਖੁੱਲਦਾ ਜਾ ਰਿਹਾ ਸੀ ਬਹੁਤ ਕੁਝ, ਤੇ ਹੁਣ ਫਿਰ ਦੁਬਾਰਾ ਲੱਗਦਾ ਉਹਨੂੰ ਰੈਪ ਅਪ ਕਰਦੇ ਜਾ ਰਿਹਾ। ਪਰ ਹੁਣ ਜਿਹੜਾ ਖੁੱਲਿਆ ਹੋਇਆ ਨਾ, ਬਠਿੰਡਾ ਟੂ ਬਰੈਂਪਟਨ ਸਾਡਾ ਚੈਨਲ ਹੈ। ਇਸ ਬਰੈਂਪਟਨ ਤੇ ਬਠਿੰਡਾ ਟੂ ਬਰੈਂਪਟਨ ਨੂੰ ਭਾਈ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ, ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਦੱਸੋ
ਇੱਕ ਵਾਰ ਦਿਖਾ ਦਿਓ ਉਹਨਾਂ ਨੂੰ, ਬਾਕੀ ਫਿਰ ਉਹਨਾਂ ਨੇ ਆਪ ਹੀ ਦੇਖ ਲਿਆ ਕਰਨਾ। ਬਿਲਕੁਲ ਐਵੇਂ ਹੀ। ਤੇ ਹੁਣ ਅਸੀਂ ਲੈ ਲਈ ਬ੍ਰੇਕ। ਬ੍ਰੇਕ ਲਈਏ ਤਾਂ ਬ੍ਰੇਕ ਤੋਂ ਬਾਅਦ ਅੱਜ ਕਲਾਕਾਰ ਸਾਡੇ ਕੋਲ ਬਹੁਤ ਵਧੀਆ ਆਏ ਆ। ਹਾਂ ਤੇ ਉਹਦੀ ਵੀ ਇੰਟਰਵਿਊ ਨਾਲ ਕਰਦੇ ਆ, ਉਹਦੀ ਵੀ ਗੱਲ ਕਰਦੇ ਆ, ਪਹਿਲਾਂ ਥੋੜੀ ਆਪ ਵੀ ਕਰਾਂਗੇ। ਬਿਲਕੁਲ ਜੀ ਬਿਲਕੁਲ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ, ਮਾਏ ਨੀ ਮਾਏ। ਅਸੀਂ ਗੱਲਬਾਤ ਕਰ ਰਹੇ ਹਾਂ ਗੁਰਪ੍ਰੀਤ ਰਟੋਲ ਜੀ ਦੇ ਨਾਲ। ਰਟੋਲ ਸਾਹਿਬ, ਸਭ ਤੋਂ ਪਹਿਲੇ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਇੱਥੇ ਇਨਵਾਈਟ ਕੀਤਾ ਜੀ। ਸਾਨੂੰ ਬੜੀ ਖੁਸ਼ੀ ਹੈ ਕਿ ਇੰਨੇ ਗੁਣ ਇੱਕ ਬੰਦੇ ਦੇ ਵਿੱਚ ਹੋਣੇ। ਦੱਸ ਦਈਏ ਰਟੋਲ ਸਾਹਿਬ ਸਿੰਗਰ ਵੀ ਨੇ, ਐਕਟਰ ਨੇ ਔਰ ਫਿਲਮ ਰਾਈਟਰ ਨੇ। ਮੈਨੂੰ ਲੱਗਦਾ ਕਿ ਪੂਰੀ ਗੁਣਾਂ ਦੀ ਗੁਥਲੀ ਹੈ ਜੀ। ਨਹੀਂ ਜੀ, ਬਸ ਉਸ ਪਰਮਾਤਮਾ ਦੀ ਬਖਸ਼ਿਸ਼ ਹੈ ਜੀ। ਹਾਂ, ਆਪਾਂ ਆਪਣਾ ਕਰਮ ਕਰ ਰਹੇ ਹਾਂ। ਚਲੋ, ਕਿਉਂਕਿ ਪ੍ਰਮਾਤਮਾ ਖੁਸ਼ ਹੋਵੇ ਤਾਂ ਹੀ ਇੰਨੇ ਸਾਰੇ ਗੁਣ ਮਿਲਦੇ ਨੇ। ਵੈਸੇ 3 ਚੀਜ਼ਾਂ ਤੁਸੀਂ ਕਰਦੇ ਹੋ, ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਪਸੰਦ ਹੈ ਆਪਣੇ ਆਪ ਨੂੰ? ਪਸੰਦ ਤਾਂ ਦੇਖੋ, ਇਸ ਵੇਲੇ ਮੈਨੂੰ ਸੱਚ ਕਹਾਂ ਤਾਂ ਮੈਨੂੰ ਸਾਰੀਆਂ ਚੀਜ਼ਾਂ ਪਸੰਦ ਆਉਂਦੀਆਂ ਨੇ। ਮੈਂ ਜਦੋਂ ਕੰਮ ਕਰਦਾ ਕੋਈ ਵੀ ਹੈਗਾ, ਮੇਰੀ ਇੱਕੋ ਅਸੂਲ ਹੁੰਦਾ ਕਿ ਉਹਨੂੰ ਇੰਨਾ ਲਗਨ ਦੇ ਨਾਲ ਕਰੋ ਕਿ ਉਹਨੂੰ ਬਸ ਪੀ ਲਓ। ਤੇ ਮੇਰਾ ਬਚਪਨ ਤੋਂ ਮੈਨੂੰ ਚੀਜ਼ਾਂ ਸੀਗਾ ਸ਼ੌਂਕ, ਬਟ ਹਾਂ ਲਿਖਣ ਦਾ ਸ਼ੌਂਕ ਮੈਨੂੰ ਬਚਪਨ ਤੋਂ ਸੀ। ਅੱਛਾ। ਤੇ ਫਿਰ ਮੈਂ ਐਕਟਿੰਗ ਵਾਲੇ ਪਾਸੇ ਆਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜਦੋਂ ਮੈਂ ਪੜ੍ਹਨ ਲੱਗਿਆ, ਥੀਏਟਰ ਦੀ MA ਕੀਤੀ। ਅੱਛਾ। ਉਦੋਂ ਮੈਨੂੰ ਪਤਾ ਲੱਗਿਆ ਕਿ ਐਕਟਰ ਬਣ ਸਕਦਾ। ਹਾਂ, ਫਿਰ ਮੈਂ ਐਕਟਿੰਗ ਕਰਨ ਲੱਗ ਗਿਆ। ਪਾਸ ਆਊਟ ਹੋਣ ਤੋਂ ਬਾਅਦ ਮੈਨੂੰ ਇਮੀਡੀਏਟਲੀ ਸਟਰਗਲ ਕਰਨ ਦਾ ਪ੍ਰਮਾਤਮਾ ਨੇ ਮੌਕਾ ਨਹੀਂ ਦਿੱਤਾ। ਮੈਨੂੰ ਡੇਲੀ ਸੋਪ ਸੀਰੀਅਲ ਮਿਲ ਗਿਆ ਐਜ਼ ਅ ਲੀਡ ਰੋਲ। ਅੱਛਾ। 2009 ਤੋਂ ਫਿਰ ਮੈਂ ਦੂਰਦਰਸ਼ਨ ਤੋਂ ਸ਼ੁਰੂਆਤ ਕੀਤੀ ਸੀ। ਉਸ ਵੇਲੇ ਭਾਗਾਂ ਵਾਲੀਆਂ ਉਹਨਾਂ ਨੇ ਪਹਿਲਾ ਡੇਲੀ ਸੋਪ ਸੀਰੀਅਲ ਸਟਾਰਟ ਕੀਤਾ ਸੀ। ਓਹ ਵੈਰੀ ਗੁੱਡ। ਤੇ ਮੈਂ ਉਹਦੇ ਵਿੱਚ ਲੀਡ ਕਰੈਕਟਰ ਪਲੇ ਕੀਤਾ। ਫਿਰ ਇਮੀਡੀਏਟਲੀ ਉਹਨਾਂ ਨੇ ਸਾਨੂੰ ਦੂਸਰਾ ਸੀਰੀਅਲ ਆਫਰ ਕਰਤਾ 2010 ਚ। ਅੱਛਾ। ਫਿਰ ਤੁਸੀਂ ਸੋਚੋਗੇ ਨਹੀਂ ਕਿ ਅਸੀਂ ਪੰਜਾਬ ਦੇ ਵਿੱਚ ਮੈਂ ਇੱਕ ਟਾਈਮ ਤੇ 3 ਡੇਲੀ ਸੋਪ ਸੀਰੀਅਲ ਕਰ ਰਿਹਾ ਸੀਗਾ। ਤੀਸਰਾ ਸੀਰੀਅਲ ਮਿਲਿਆ ਸਾਨੂੰ ਅੱਖੀਆਂ ਤੋਂ ਦੂਰ ਜਾਈ ਨਾ। ਉਹ ਸੀਰੀਅਲ ਸਾਡਾ ਵਰਲਡ ਵਾਈਡ ਚੱਲਿਆ। ਰਾਈਟ। ਤੇ ਇਦਾਂ ਕੰਮ ਚੱਲਦਾ ਗਿਆ ਤੇ ਨਾਲ ਮੈਨੂੰ ਪੜ੍ਹਨ ਦਾ ਸ਼ੌਂਕ ਸੀਗਾ। ਫਿਰ ਮੈਂ ਐਕਟਿੰਗ ਸ਼ੁਰੂ ਕਰਨ ਦੇ ਨਾਲ PhD ਸਟਾਰਟ ਕਰ ਲਈ। ਵਾਹ। PhD ਕਰਦਾ ਰਿਹਾ ਐਕਟਿੰਗ ਦੀ। ਬਚਪਨ ਤੋਂ ਮੈਨੂੰ ਸ਼ੌਂਕ ਸੀ ਗਾਉਣ ਦਾ। ਉਹ ਕਹਿੰਦਾ ਕਿ ਉਹ ਸ਼ੌਂਕ ਫਿਰ ਕਿਸੇ ਨਾ ਕਿਸੇ ਦਿਨ ਤਾਂ ਉਹਨੇ ਬਾਹਰ ਨਿਕਲ ਹੀ ਜਾਣਾ ਹੁੰਦਾ। ਔਰ ਜੀ, ਜਿਹੜਾ ਬੰਦੇ ਵਿੱਚ ਇੰਨੇ ਗੁਣ ਨੇ, ਜੇ ਰਾਈਟਿੰਗ ਦਾ ਜਿਹਦੇ ਕੋਲ ਸਕਿੱਲ ਹੈ, ਜਿਹਨੂੰ ਪੜ੍ਹਨ ਦਾ ਸ਼ੌਂਕ ਹੈ, ਤੇ ਆਮ ਸ਼ੋਰ ਕਿ ਜਦੋਂ ਕਿਸੇ ਫੀਲਡ ਵਿੱਚ ਜਾਂਦਾ ਉਹਨੂੰ ਆਪਣੇ ਆਪ ਦੇ ਨਾਲ ਹੀ ਬੜਾ ਕੰਪੈਰੀਜ਼ਨ ਕਰਨਾ ਪੈਂਦਾ ਕਿ ਮੈਂ ਦੂਸਰਿਆਂ ਤੋਂ ਕਿਵੇਂ ਬਿਹਤਰ ਜਾਂ ਡਿਫਰੈਂਟ ਕਰਾਂ। ਬਿਲਕੁਲ ਆ। ਇਹ ਦੇਖੋ, ਇਹ ਤੁਹਾਡੇ ਲਈ ਹੁੰਦਾ। ਜਦੋਂ ਮੈਂ ਨਾ ਕਈ ਵਾਰ ਸੋਚਦਾ ਹੁੰਦਾ ਸੀ ਕਿ ਗਾਣੇ ਲਿਖਣ ਦੇ ਵਕਤ ਮੈਨੂੰ ਪਤਾ ਹੁੰਦਾ ਸੀ, ਅਕਸਰ ਮੈਨੂੰ ਇਹ ਕਹਿੰਦੇ ਮੇਰੇ ਦੋਸਤ ਕਿ ਯਾਰ ਕਿ ਤੂੰ ਲਿਖਦਾ, ਤੂੰ ਗਾਉਂਦਾ ਕਿਉਂ ਨਹੀਂ? ਕਿਉਂਕਿ ਮੈਨੂੰ ਸ਼ੌਂਕ ਸੀਗਾ। ਕਹਿੰਦੇ ਤੂੰ ਪ੍ਰੋਫੈਸ਼ਨਲੀ ਕਿਉਂ ਨਹੀਂ ਗਾਉਂਦਾ? ਮੈਂ ਇੱਕੋ ਚੀਜ਼ ਕਹਿੰਦਾ ਸੀ ਕਿ ਮੈਨੂੰ ਲੱਗਦਾ ਕਿ ਮੇਰੀ ਲਾਈਫ ਦੀ ਕੋਈ ਵੀ ਚੀਜ਼ ਜਦੋਂ ਮੈਂ ਸੋਚ ਕੇ ਕੀਤੀ ਹੈਗੀ ਉਹ ਉਸ ਤਰ੍ਹਾਂ ਨਾਲ ਨਹੀਂ ਹੋਈ। ਜਦੋਂ ਸਹਿਜ ਮਤੇ ਕੋਈ ਚੀਜ਼ਾਂ ਹੋਣੀਆਂ ਹੁੰਦੀਆਂ ਨੇ ਉਹ ਹੋ ਜਾਂਦੀਆਂ ਨੇਗੀਆਂ। ਤੇ ਮੈਂ ਕਿਹਾ ਜਦੋਂ ਕੁਦਰਤ ਨੇ ਉਹ ਮੌਕਾ ਮੇਲ ਬਣਾਤਾ ਉਹ ਹੋ ਜਾਏਗਾ। ਤੇ 2020 ਦੇ ਵਿੱਚ ਲਾਸਟ ਈਅਰ ਅਸੀਂ ਨੇ ਪਲਾਨ ਕੀਤਾ ਤੇ ਸ਼ੁਰੂ ਹੋ ਗਿਆ ਕੰਮ। ਤੇ ਲੋਕ ਇੱਕ ਗਾਣਾ ਕਰਕੇ ਹੱਥ ਖੜੇ ਹੋ ਜਾਂਦੇ ਨੇਗੇ ਤੇ ਅਸੀਂ ਫਿਰ ਬੈਕ ਟੂ ਬੈਕ 3 ਗਾਣੇ ਅਸੀਂ ਨੇ ਰਿਲੀਜ਼ ਕੀਤੇ। ਔਰ ਜੀ, ਮੈਂ ਸੁਣਿਆ ਜਿਹੜਾ ਰਾਈਟਰ ਹੈ ਉਸ ਤੋਂ ਬਿਹਤਰ ਕੋਈ ਨਹੀਂ ਜਾਣਦਾ ਆਪਦੇ ਗੀਤ ਨੂੰ। ਉਹ ਕਿਸ ਮੂਡ ਦੇ ਵਿੱਚ ਗਾਉਣਾ, ਕਿਵੇਂ ਉਹਨੂੰ ਤੁਸੀਂ ਪ੍ਰੈਜ਼ੈਂਟ ਕਰਨਾ ਹੈ। ਕਿਉਂਕਿ ਉਹਨੇ ਜਦੋਂ ਗੀਤ ਲਿਖਿਆ ਜਾਂਦਾ ਤੇ ਸਭ ਤੋਂ ਜਿਹੜਾ ਉਹਨੂੰ ਜ਼ਿਆਦਾ ਜਾਣਦਾ ਉਹ ਰਾਈਟਰ ਹੈ। ਤੇ ਜੇ ਤੁਸੀਂ ਰਾਈਟਰ ਹੋ ਤੇ ਨਾਲ ਜੇ ਤੁਸੀਂ ਗਾਇਕੀ ਦੇ ਵਿੱਚ ਉਹਨੂੰ ਲੋਕਾਂ ਨੂੰ ਪ੍ਰੈਜ਼ੈਂਟ ਕਰਨਾ, ਆਈ ਐਮ ਸ਼ੋਰ ਕਿ ਉਹਦਾ ਜਿਹੜਾ ਪ੍ਰੈਜ਼ੈਂਟ ਕਰਨ ਦਾ ਤਰੀਕਾ ਹੈ ਦੂਸਰੇ ਲੋਕਾਂ ਤੋਂ ਵੱਖਰਾ ਹੋਣਾ ਹੈ। ਬਿਲਕੁਲ। ਇਹਦੇ ਵਿੱਚ 2 ਚੀਜ਼ਾਂ ਨੇਗੀਆਂ ਕਿ ਮੈਂ ਸੋਚਦਾ ਕਿ ਵੀ ਜਦੋਂ ਤੁਹਾਡੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਖਿਆਲ ਆਉਂਦਾ ਤੇ ਤੁਹਾਨੂੰ ਉਹਨੂੰ ਸੋਚਦੇ ਹੋ, ਤੁਸੀਂ ਉਸਨੂੰ ਵਿਜ਼ੂਅਲਾਈਜ਼ ਕਰਦੇ ਹੋਗੇ ਕਿ ਮੈਂ ਇਸ ਨੂੰ ਇਸ ਤਰੀਕੇ ਨਾਲ ਸੋਚਿਆ ਤੇ ਇਸ ਤਰੀਕੇ ਨਾਲ ਮੈਂ ਗਾਵਾਂ। ਆਲਮੋਸਟ ਮੈਂ ਆਪਣੇ ਹਰ ਗਾਣੇ ਨੂੰ ਤਾਂ ਹੀ ਦੈਟਸ ਵਾਈ ਮੈਂ ਕੰਪੋਜ਼ ਵੀ ਖੁਦ ਕਰਦਾ, ਕਿਉਂਕਿ ਕੰਪੋਜੀਸ਼ਨ ਤੁਹਾਡੇ ਮਨ ਦੇ ਵਿੱਚ ਮੈਂ ਗੁਣਗੁਣਾ ਕੇ ਉਸ ਨੂੰ ਲਿਖਦਾ। ਜਦੋਂ ਗੀਤ ਲਿਖਦੇ ਉਦੋਂ ਕੰਪੋਜੀਸ਼ਨ ਬਣ ਜਾਂਦੀ ਹੈ ਕਿ 60-70%। ਬਾਕੀ ਜਦੋਂ ਤੁਸੀਂ 뮤직 ਡਾਇਰੈਕਟਰਾਂ ਕੋਲ ਜਦੋਂ ਜਾਣੋਗੇ ਉਹ ਉਹਨਾਂ ਨੂੰ ਪੂਰਾ ਸ਼ੇਪ ਦਿੰਦੇ ਨੇ, ਉਹਨੂੰ ਪ੍ਰੋਪਰਲੀ ਲੱਗਦਾ ਕਿ ਇਹਨੂੰ ਥੋੜਾ ਬਹੁਤ ਇਦਾਂ ਕਰ ਲਓ। ਉਹਦਾ ਇਨਸਟਰੂਮੈਂਟ ਹੀ ਡਿਫਰੈਂਟ ਹੁੰਦੀ ਹੈ ਪਰ ਕੰਪੋਜੀਸ਼ਨ ਤੁਹਾਨੂੰ ਪਤਾ ਹੈ। ਤੁਹਾਡੇ ਮਨ 'ਚ ਇੱਕ ਖਿਆਲ ਹੁੰਦਾ। ਇਵਨ ਕਿ ਦੱਸਾਂ ਕਿ ਕੱਲਾ ਕੰਪੋਜੀਸ਼ਨ ਦਾ ਹੀ ਖਿਆਲ ਨਹੀਂ ਹੁੰਦਾ, ਜਦੋਂ ਤੁਸੀਂ ਉਸ ਨੂੰ ਵੀਡੀਓ ਦੇ ਵਿੱਚ ਵੀ ਇੱਕ ਵਿਜ਼ੂਅਲ ਤੁਹਾਡੇ ਮਨ 'ਚ ਆਇਆ ਹੁੰਦਾ
ਤੇ ਜਦੋਂ ਮੈਂ ਆਪਣੇ ਸਾਡੇ ਡਾਇਰੈਕਟਰ ਸਾਹਿਬ ਨਾਲ ਗੱਲ ਕਰਦਾ, ਮੈਂ ਉਹਨਾਂ ਨੂੰ ਆਈਡੀਆ ਦੱਸ ਦਿੰਦਾ ਕਿ ਮੇਰੇ ਮਨ ਦੇ ਵਿੱਚ ਇਸ ਗਾਣੇ ਨੂੰ ਲੈ ਕੇ ਇੱਕ ਵਿਜ਼ੂਅਲ ਵੀ ਇਸ ਤਰ੍ਹਾਂ ਦਾ ਆਇਆ ਸੀ ਕਿ ਆਪਾਂ ਇਸ ਪਾਸੇ ਕਰ ਸਕਦੇ ਕੰਮ, ਤਾਂ ਫਿਰ ਉਹ ਇੱਕ ਚੀਜ਼ਾਂ ਸਾਰੀਆਂ ਜੁੜੀਆਂ ਹੁੰਦੀਆਂ ਨੇ, ਇੱਕ ਚੀਜ਼ ਦੇ ਨਾਲ ਦੂਜੀ ਦੇ ਨਾਲ ਤੀਜੀ। ਰਾਈਟ। ਔਰ ਜਿਹੜੇ ਹੁਣ ਤੁਸੀਂ ਇਹ ਗੀਤ ਕੀਤੇ ਨੇ, ਕਿਹੋ ਜਿਹਾ ਤੁਹਾਨੂੰ ਆਪਣੇ ਆਪ ਨੂੰ ਕਿਹੋ ਜਿਹਾ, ਕਿਉਂਕਿ ਲੋਕਾਂ ਦਾ ਰਿਸਪੌਂਸ ਤੇ ਕੁਝ ਵੀ ਹੋ ਸਕਦਾ, ਤੁਹਾਡਾ ਖੁਦ ਦਾ ਆਪਣੇ ਆਪ ਦਾ ਕੀ ਰਿਸਪੌਂਸ ਹੈ ਉਹਨੂੰ? ਮੈਂ ਹਮੇਸ਼ਾ ਹੀ ਬੜਾ ਇਸ ਮਾਮਲੇ 'ਚ ਆਪਟੀਮਿਸਟਿਕ ਹਾਂ ਥਰੂ ਆਊਟ ਮਾਈ ਲਾਈਫ ਦੇ ਵਿੱਚ। ਮੈਨੂੰ ਆਪਣੇ ਗਾਣਿਆਂ ਤੋਂ ਜੋ ਕੀਤਾ ਉਹ ਤੋਂ ਮੈਂ ਆਈ ਐਮ ਫੁਲੀ ਸੈਟੀਸਫਾਈਡ, ਔਰ ਮੈਨੂੰ ਲੋਕਾਂ ਦਾ ਰਿਸਪੌਂਸ ਵੀ ਅੱਛਾ ਹੈ, ਕਿਉਂਕਿ ਤੁਸੀਂ ਹਰ ਇੱਕ ਆਡੀਅנס ਨੂੰ ਟਾਰਗੇਟ ਕਰਦੇ ਹੋਗੇ। ਯੰਗਸਟਰ ਦਾ ਅੱਜ ਦਾ ਗਾਣਾ ਸੁਣਨ ਦਾ ਉਹਨਾਂ ਦਾ ਅਲੱਗ ਨਜ਼ਰੀਆ, ਜੇ ਤੁਸੀਂ ਇਹ ਸੋਚੋਗੇ ਕਿ ਤੁਹਾਡੇ ਗਾਣੇ ਨੂੰ ਹਰ ਵਰਗ ਹੀ ਪਸੰਦ ਕਰੇਗਾ, ਮੈਨੂੰ ਲੱਗਦਾ ਕਿ ਤੁਸੀਂ ਕੋਈ ਕੰਮ ਨਹੀਂ ਕਰ ਪਾਓਗੇ। ਸਭ ਤੋਂ ਪਹਿਲੀ ਗੱਲ ਤਾਂ ਇਹ ਲੱਗਦਾ ਕਿ ਤੁਹਾਨੂੰ ਆਪਦੇ ਆਪ ਨੂੰ ਸਹੀ ਲੱਗ ਰਿਹਾ। ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਜੋ ਗਾ ਰਿਹਾ ਉਹਦੇ ਲਈ ਪਹਿਲਾਂ ਮੇਰੇ ਲਈ ਜਸਟੀਫਾਈ ਹੋਣਾ ਜ਼ਰੂਰੀ ਆ। ਮੈਨੂੰ ਅੱਛਾ ਲੱਗ ਰਿਹਾ, ਠੀਕ ਹੈ, ਤਾਂ ਮੈਂ ਅੱਗੇ ਵਧਾਂਗਾ। ਬਟ ਮੌਕੇ ਦੇ ਨਾਲ ਚੀਜ਼ਾਂ ਤੁਸੀਂ ਪਲਾਨ ਕਰਦੇ ਹੋ ਤਾਂ ਚੀਜ਼ਾਂ ਆਪਣੇ ਆਪ ਸੈੱਟ ਹੁੰਦੀਆਂ ਜਾਂਦੀਆਂ ਨੇ। ਬਟ ਜਦੋਂ ਗਾਣਾ ਤੁਸੀਂ ਲਿਖ ਲੈਂਦੇ ਹੋ, ਉਹਨੂੰ ਰਿਕਾਰਡ ਕਰਨ ਤੋਂ ਪਹਿਲਾਂ ਕਿੰਨੀ ਕੁ ਆਪਣੇ ਆਪ ਨੂੰ ਤਿਆਰੀ ਕਰਨੀ ਪੈਂਦੀ ਹੈ? ਵੀ ਇੱਕ ਤਾਂ ਚਲੋ ਬੰਦਾ ਹਰ ਰੋਜ਼ ਰਿਆਜ਼ ਕਰਦਾ ਹੈ, ਪਰ ਗੀਤ ਨੂੰ ਲੈ ਕੇ ਕਿੰਨਾ ਕੁ ਬਾਰ-ਬਾਰ ਉਹਨੂੰ ਗੁਣਗੁਣਾਉਣਾ ਪੈਂਦਾ, ਜਾਂ ਆਪਣੇ ਇਕੱਲੇ ਬੈਠ ਕੇ ਜਾਂ ਲੋਕਾਂ ਦੇ ਵਿੱਚ ਬੈਠ ਕੇ? ਦੇਖੋ, ਦੋ ਚੀਜ਼ਾਂ ਸੀਗੀਆਂ ਸਰ, ਕਿ ਇਹਦੇ ਵਿੱਚ ਇੱਕ ਤੇ ਮੈਂ ਕੋਈ ਮੁੱਢ ਤੋਂ ਇਹਦੀ ਇੱਕ ਫਾਰਮਲ ਟ੍ਰੇਨਿੰਗ ਨਹੀਂ ਲਈ ਸੀਗੀ। ਮਿਊਜ਼ਿਕ ਨੂੰ ਮੈਂ ਫੋਕ ਦੇ ਵਿੱਚ ਜ਼ਰੂਰ ਲੈਂਦਾ ਸੀਗਾ, ਬਚਪਨ ਤੋਂ ਮੈਨੂੰ ਗਾਉਣ ਦਾ ਸ਼ੌਂਕ ਸੀਗਾ। ਤੇ ਜਦੋਂ ਤੁਸੀਂ ਪ੍ਰੋਪਰਲੀ ਉਸ ਨੂੰ ਰਿਕਾਰਡ ਕਰਨਾ ਹੁੰਦਾ ਤਾਂ ਕੀ ਹੁੰਦਾ, ਹਰ ਚੀਜ਼ ਮੀਟਰ 'ਚ ਆ ਜਾਂਦੀ ਆ। ਬਿਲਕੁਲ। ਤਾਂ ਉਹ ਅਲੱਗ ਤਰ੍ਹਾਂ ਦਾ ਪ੍ਰੈਸ਼ਰ ਆ। ਮੈਨੂੰ ਜਦੋਂ ਕੋਈ ਹੁਣ ਕਹੇ ਕਿ ਕੋਈ ਸੀਨ ਲਿਖਣਾ, ਤਾਂ ਮੇਰੇ ਲਈ ਕੋਈ ਵੱਡਾ ਪ੍ਰੈਸ਼ਰ ਵਾਲੀ ਗੱਲ ਨਹੀਂ ਹੋਵੇ ਕਿ ਮੈਂ ਬਹੁਤ 5 ਮਿੰਟਾਂ ਦੇ ਵਿੱਚ ਸੀਨ ਲਿਖ ਲਵਾਂਗਾ। ਜੇ ਮੈਨੂੰ ਕਹੇ ਕਿ ਆਹ ਸੀਨ ਤੁਹਾਨੂੰ ਫੜਾਇਆ ਜੀ 5 ਮਿੰਟਾਂ ਬਾਅਦ ਐਕਟ ਕਰਨਾ, ਤਾਂ ਮੇਰੇ ਲਈ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਤੁਸੀਂ ਕਾਫੀ ਦੇਰ ਤੋਂ ਲਗਾਤਾਰ ਚੀਜ਼ਾਂ ਕਰਦੇ ਹੋ। ਐਜ਼ ਏ ਸਿੰਗਰ ਜਿਸ ਵੇਲੇ ਮੈਂ ਸਟੂਡੀਓ 'ਚ ਜਾਣਾ, ਤਾਂ ਮੇਰੇ ਤੇ ਇੱਕ ਅਲੱਗ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ। ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਮੈਂ ਆਪਣੀ ਹੁਣ ਪਰਫਾਰਮੈਂਸ ਹੈ ਉਹਨੂੰ ਠੀਕ ਠਾਕ ਨਿਭਾ ਦੇਵਾਂ। ਫਿਰ ਲੰਬਾ ਟਾਈਮ ਫਿਰ ਮੈਂ ਉਹਦੀ ਰਿਹਰਸਲ ਕਰਦਾ। ਜਦੋਂ ਅਸੀਂ ਸਾਡੀ ਇੱਕ ਕੰਪੋਜੀਸ਼ਨ ਬਣ ਜਾਂਦੀ ਹੈ ਮਿਊਜ਼ਿਕ ਡਾਇਰੈਕਟਰ ਦੇ ਨਾਲ, ਤੁਸੀਂ ਜਦੋਂ ਪਹਿਲੀ ਸਿਟਿੰਗ ਲੈਂਦੇ ਹੋ ਤਾਂ ਉਹ ਇੱਕ ਤੁਹਾਨੂੰ ਡਮੀ ਤਿਆਰ ਕਰਕੇ ਦੇ ਦਿੰਦੇ ਨੇਗੇ, ਹੈ ਨਾ, ਕਿ ਫਿਰ ਤੁਸੀਂ ਉਹਦੀ ਲਗਾਤਾਰ ਪ੍ਰੈਕਟਿਸ ਕਰਦੇ ਹੋ ਸਵੇਰੇ ਸ਼ਾਮ। ਤੁਹਾਨੂੰ ਲੱਗਦਾ ਕਿ ਇਹਦੇ ਵਾਸਤੇ ਤੁਹਾਡਾ ਸਕੇਲ ਅਪ ਚਾਹੀਦਾ, ਜਾਂ ਤੁਸੀਂ ਬਹੁਤ ਇੱਕ ਠਹਿਰਾਵ 'ਚ ਗਾਣੇ ਦਾ ਮੂਡ ਆ, ਤਾਂ ਉਹ ਇੱਕ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੁੰਦਾ, ਬਟ ਉਹਨੂੰ ਚੱਲਦਾ ਹੈ। ਪਰ ਹੁਣ ਅੱਜ ਕੱਲ੍ਹ ਸਿਚੁਏਸ਼ਨ 'ਤੇ ਗੀਤ ਲਿਖੇ ਜਾਂਦੇ ਆ। ਹੁਣ ਸਟੂਡੈਂਟਸ ਬੜੇ ਆ ਰਹੇ ਨੇ ਕੈਨੇਡਾ ਦੇ ਵਿੱਚ। ਤੁਸੀਂ ਦੱਸਿਆ ਕਿ ਪਹਿਲੋਂ ਬਈ ਸਟੂਡੈਂਟਸ ਦੀ ਲਾਈਫ 'ਤੇ ਵੀ ਤੁਸੀਂ ਕੁਝ ਗੀਤ ਨੇ ਜਿਹੜੇ ਕਰਨ ਆਏ ਹੋ ਕੈਨੇਡਾ ਦੇ ਵਿੱਚ। ਇਹ ਲੱਗਦਾ ਵੀ ਜਿਹੜੀ ਸਿਚੁਏਸ਼ਨ ਹੈ ਉਸੇ ਮੁਲਕ ਦੇ ਵਿੱਚ ਜਾ ਕੇ ਉਸ ਮਾਹੌਲ ਦੇ ਵਿੱਚ ਤੁਹਾਨੂੰ ਸ਼ੂਟ ਕਰਨੀ ਜ਼ਰੂਰੀ ਹੈ? ਇਹਦੇ ਵਿੱਚ ਦੋ ਗੱਲਾਂ ਸੀ ਜੀ। ਮੈਂ ਤੁਹਾਨੂੰ ਦੱਸਾਂ ਕਿ ਇਹ ਕੋਈ ਉਸ ਤਰ੍ਹਾਂ ਨਾਲ ਬਹੁਤ ਪਹਿਲਾਂ ਤੋਂ ਪਲੈਨਿੰਗ ਨਹੀਂ ਸੀ ਸੌਂਗ ਦੀ, ਖਾਸ ਕਰਕੇ ਮੈਂ ਜੋ ਸਟੂਡੈਂਟ ਲਾਈਫ ਦਾ ਸੌਂਗ ਆ। ਮੈਂ 2012 ਤੋਂ ਕੈਨੇਡਾ ਲਗਾਤਾਰ ਵਿਜ਼ਿਟ ਕਰਦਾ, ਹਰ ਸਾਲ 1-2 ਚੱਕਰ ਲੱਗਦੇ ਰਹਿੰਦੇ ਨੇਗੇ। ਔਰ ਮੈਂ ਲੱਕੀਲੀ ਕੈਨੇਡਾ ਦੇ ਮੋਸਟਲੀ ਜਿੰਨੇ ਵੱਡੇ ਸ਼ਹਿਰ ਨੇਗੇ ਉਹਨਾਂ ਨੂੰ ਮੈਂ ਵਿਜ਼ਿਟ ਕੀਤਾ। ਸਟੂਡੈਂਟਸ ਨੂੰ ਇੱਥੇ ਦੇਖ ਕੇ ਲੱਗਦਾ ਹੁੰਦਾ ਸੀ ਕਿ ਸਟੂਡੈਂਟਸ ਤੋਂ ਬਾਅਦ ਵੀ ਤੁਸੀਂ ਵਰਕ ਪਰਮਿਟ ਚਲੇ ਜਾਂਦੇ ਹੋ, ਜਾਂ ਇੱਕ ਕਾਮਨ ਗੱਲ ਹੈ ਕਿ ਸਾਰੇ ਬੰਦੇ ਆਪਾਂ ਸਟੂਡੈਂਟ ਹੀ ਹਾਂ, ਲਾਈਫ ਦਾ ਸਟਾਰਟਅਪ ਹੈ। ਬਿਲਕੁਲ ਹੈ। ਤੇ ਮੈਨੂੰ ਇਹ ਲੱਗਦਾ ਸੀ ਵੀ ਇਹ ਮਿਹਨਤ ਇੰਨੀ ਕਰਦੇ ਨੇ, ਤੇ ਕਈ ਸਟੂਡੈਂਟਸ ਦੇ ਨਾਲ ਮੈਂ ਮਿਲਣਾ ਤੇ ਉਹ ਕਹਿੰਦੇ ਯਾਰ ਕਿ ਅਸੀਂ ਫੀਸਾਂ ਵੀ ਆਪਣੀਆਂ ਇੱਥੋਂ ਕੱਢ ਦਿਆਂਗੇ ਕੰਮ ਕਰਕੇ। ਇੰਡੀਆ 'ਚ ਵੀ ਥੋੜੇ ਬਹੁਤ ਪੈਸੇ ਭੇਜਣੇ ਹੁੰਦੇ ਨੇ, ਕਿਉਂਕਿ ਪਿੱਛੋਂ ਸਭ ਦੇ ਹਾਲਾਤ ਆਪਾਂ ਨੂੰ ਪਤਾ ਹੁੰਦਾ, ਲਿਮਟਾਂ ਚੱਕੀਆਂ, ਲੋਨ ਲਏ ਹੋਏ, ਕਿੱਦਾਂ ਜ਼ਮੀਨਾਂ ਵੇਚ ਕੇ ਆਏ ਹੁੰਦੇ ਨੇ, ਤੇ ਆਪਣੀ ਇੱਥੇ ਗਰੋਸਰੀ ਦਾ ਵੀ ਖਰਚੇ। ਉਹਦੇ ਬਾਵਜੂਦ ਕਹਿੰਦੇ ਸਾਨੂੰ ਕਈ ਵਾਰ ਇੰਨਾ ਸੌਫਟਲੀ ਟਾਰਗੇਟ ਕਰ ਲਿਆ ਜਾਂਦਾ 2-4 ਸਟੂਡੈਂਟਸ ਕਰਕੇ, ਸਾਨੂੰ ਸਾਰਿਆਂ ਨੂੰ ਲਪੇਟ ਲਿਆ ਜਾਂਦਾ, ਸਾਨੂੰ ਬੜਾ ਦੁੱਖ ਹੁੰਦਾ। ਇਹ ਮੈਨੂੰ ਕਿਤੇ ਨਾ ਕਿਤੇ ਚੀਜ਼ ਹੁੰਦੀ ਸੀ ਕਿ ਯਾਰ ਕਿ ਮਾੜੇ ਤਾਂ ਹਰ ਥਾਂ ਤੇ ਨੇ, 5% ਮਾੜੇ ਜੇ ਕੋਈ ਸਟੂਡੈਂਟ ਹੋਣਗੇ ਤਾਂ ਤੁਸੀਂ 95 ਤੇ ਇੱਥੇ ਚੰਗੇ ਨੇ, ਇੰਨੇ ਮਿਹਨਤੀ ਨੇਗੇ ਵਿਚਾਰੇ, 4-4 ਵਜੇ 3-3 ਵਜੇ ਉੱਠ ਤੱਕ ਉਹ ਦਿਨ ਰਾਤ ਸ਼ਿਫਟਾਂ ਤੇ ਜਾਂਦੇ ਨੇ। ਤਾਂ ਮੈਨੂੰ ਸੀ ਕਿ ਮੈਂ ਇੱਥੇ ਆਇਆ ਤੇ ਉਹਨੂੰ ਇੱਕ ਗਾਣਾ ਉਸ ਤਰ੍ਹਾਂ ਦਾ ਲਿਖਿਆ ਜਾਵੇ, ਨੋਟ ਇਨ ਕੈਨੇਡਾ। ਇਕੱਲੇ ਕੈਨੇਡਾ ਦਾ ਹੀ ਨਹੀਂ, ਕੋਈ ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ ਕਿਤੇ ਵੀ ਸਟੂਡੈਂਟ ਹੈ, ਇਵਨ ਕਿ ਇੰਡੀਆ ਦੇ ਵਿੱਚ ਵੀ, ਉਹਨਾਂ ਦੀ ਇੱਕ ਲਾਈਫ ਨੂੰ ਮੈਂ ਚਾਹੁੰਦਾ ਸੀਗਾ ਕਿ ਦੱਸਾਂ ਕਿ ਇਹਨਾਂ ਦੇ ਡ੍ਰੀਮਸ ਨੇਗੇ, ਤੇ ਉਹਦੇ ਰਿਲੇਟਡ ਮੈਂ ਗਾਣਾ ਇਸ ਤਿਆਰ ਕੀਤਾ ਜੀ। ਔਰ ਤੁਸੀਂ ਹੁਣ ਥੋੜ੍ਹੇ ਦਿਨ ਕੈਨੇਡਾ ਦੇ ਵਿੱਚ ਹੋ, ਕੀ ਸੋਚਦੇ ਹੋ ਇੱਥੋਂ ਬਾਰੇ? ਕਿਹੋ ਜਿਹੀਆਂ ਯਾਦਾਂ ਲੈ ਕੇ ਜਾਓਗੇ? ਕਿਹੋ ਜਿਹਾ ਲੱਗਦਾ ਹੈ? ਕੋਵਿਡ ਤੋਂ ਬਾਅਦ ਪਹਿਲੀ ਵਾਰ ਆਏ ਹੋਣੇ ਆ? ਹਾਂ, ਆਫਟਰ ਕੋਵਿਡ ਮੈਂ ਪਹਿਲੀ ਵਾਰ ਵਿਜ਼ਿਟ ਕੀਤਾ। ਹਾਂਜੀ। ਤੇ ਇੱਦਾਂ ਸੀ ਕਿ ਮੈਂ ਤੁਹਾਨੂੰ ਦੱਸਾਂ ਕਿ ਜਿਸ ਵੇਲੇ ਕੋਵਿਡ ਪਹਿਲੀ ਸਟੇਜ ਚੱਲੀ ਆ, ਹਾਂਜੀ, ਉਦੋਂ ਵੀ ਮੇਰੀ ਇੱਥੇ ਦੀ ਟਿਕਟ ਕਨਫਰਮ ਸੀ, ਕੈਨੇਡਾ ਆ ਕੇ ਅਸੀਂ ਸ਼ੂਟ ਕਰਨਾ ਸੀ। ਅੱਛਾ। ਤੇ ਉਹ ਸਾਰਾ ਕੁਝ ਪ੍ਰੋਗਰਾਮ ਉਸੇ ਵੇਲੇ ਕੈਂਸਲ ਹੋ ਗਿਆ ਸੀ।
ਤੇ ਜਿਉਂ ਹੀ ਹੁਣ ਸਾਡੀਆਂ ਡਾਇਰੈਕਟ ਫਲਾਈਟਸ ਖੁੱਲੀਆਂ ਸੀ ਤਾਂ ਸਾਨੂੰ ਸੀ ਇਮੀਡੀਏਟਲੀ ਕਿ ਸਾਡੀ ਜਿਹੜੀ ਕਾਈਟਸ ਕ੍ਰੀਏਸ਼ਨ ਕੰਪਨੀ ਹੈ ਜਿਹਦੇ ਲੋਗੋ ਤਲੇ ਸਾਡੇ ਸਾਰੇ ਗਾਣੇ ਆਉਂਦੇ ਨੇ, ਮੇਰੇ ਭਰਾ ਦੀ ਅਮਨ ਗਿੱਲ ਦੀ ਕੰਪਨੀ ਹੈ ਕੈਲਗਰੀ ਤੋਂ, ਉਹਦਾ ਡ੍ਰੀਮ ਸੀਗਾ, ਕਹਿੰਦੇ ਗੁਰਪ੍ਰੀਤ ਆਪਾਂ ਨੇ ਇੱਥੇ ਕੈਨੇਡਾ ਆ ਕੇ ਸ਼ੂਟ ਕਰਨੇ ਆ ਗਾਣੇ। ਤੇ ਅਸੀਂ ਜਿਉਂ ਹੀ ਚੀਜ਼ਾਂ ਪਲਾਨ ਹੋਈਆਂ, ਮੈਂ ਸਾਡੇ ਡਾਇਰੈਕਟਰ ਸੁਖਬੀਰ ਭਾਜੀ, ਗੈਰੀ, ਸਾਰੀ ਟੀਮ ਸੀਗੀ, ਅਸੀਂ ਇੱਥੇ ਪਲਾਨ ਕੀਤਾ। ਅਸੀਂ 1 ਮਹੀਨਾ ਵੈਨਕੂਵਰ ਸ਼ੂਟ ਕੀਤਾ, ਬਹੁਤ ਲੋਕਾਂ ਦਾ ਪਿਆਰ ਮਿਲਿਆ, ਸਾਰੇ ਲੋਕ ਇੰਨੇ ਚੰਗੇ ਮਿਲੇ ਸਾਡੇ ਲਈ। ਤਾਂ ਇੱਦਾਂ ਹੁੰਦਾ ਸੀ ਕਿ ਮੈਨੂੰ ਇਹ ਲੱਗਦਾ ਕਿ ਮੈਂ ਆਪਣੇ ਘਰ ਤੋਂ ਦੂਸਰੇ ਘਰ ਆ ਗਿਆ, ਕੋਈ ਖਾਸ ਫਰਕ ਨਹੀਂ ਗਿਆ, ਚੰਗੀ ਯਾਦਾਂ ਨੇਗਾ ਮੇਰੇ ਪੱਲੇ ਤਾਂ। ਔਰ ਟੋਲ ਸਾਹਿਬ, ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੇ ਪਹਿਲੂ ਨੇ, ਰਾਈਟਿੰਗ ਹੈ, ਸਿੰਗਿੰਗ ਹੈ ਔਰ ਫਿਲਮ ਰਾਈਟਿੰਗ ਹੈ। ਇਹ ਸਾਰਾ ਕੁਝ ਅਸੀਂ ਇੱਕ ਛੋਟੀ ਜਿਹੀ ਇੰਟਰਵਿਊ ਦੇ ਵਿੱਚ ਨਹੀਂ ਇਕੱਠਾ ਕਰ ਸਕਦੇ, ਪਰ ਫਿਰ ਵੀ ਤੁਸੀਂ ਕੋਈ ਆਪਣੇ ਵੱਲੋਂ ਇਹੋ ਜਿਹੀ ਗੱਲ ਕਹਿਣੀ ਹੋਵੇ ਜਿਹੜੇ ਅਸੀਂ ਨਾ ਪੁੱਛ ਸਕੇ ਹੋਈਏ। ਨਹੀਂ, ਮੈਂ ਤਾਂ ਜੀ ਇਹ ਕਹਿਣਾ ਚਾਹਾਂਗਾ ਕਿ ਅਸੀਂ ਇੱਥੇ ਆ ਕੇ 5 ਗਾਣੇ ਸ਼ੂਟ ਕੀਤੇ ਨੇ, ਐਲਬਮ ਦਾ ਪਲਾਨ ਕੀਤਾ ਸੀ ਅਸੀਂ ਨੇ, ਤੇ ਬਹੁਤ ਜਲਦੀ ਪਹਿਲਾ ਗਾਣਾ ਅਸੀਂ ਰਿਲੀਜ਼ ਵੀ ਕਰਾਂਗੇ। ਉਸ ਗਾਣੇ ਨੂੰ ਦੇਖੋ, ਸ਼ੇਅਰ ਕਰੋ, ਤੇ ਅੱਗੇ ਵੀ ਸਾਨੂੰ ਆਪਣਾ ਐਜ਼ ਏ ਦਰਸ਼ਕ ਲਿਸਨਰ ਪਿਆਰ ਦਿੰਦੇ ਰਹੋ। ਤੇ ਅਸੀਂ ਫਿਰ ਜਲਦੀ ਉੱਥੇ ਹੋ ਸਕਦਾ ਹੋਪਫੁਲੀ ਅਪ੍ਰੈਲ ਮਈ ਦੇ ਵਿੱਚ ਸਾਡਾ ਟੂਰ ਦਾ ਪਲਾਨ ਹੋ ਰਿਹਾ, ਤੇ ਦੁਬਾਰੇ ਆਵਾਂਗੇ ਤੇ ਤੁਹਾਨੂੰ ਦੁਬਾਰੇ ਫੇਰ ਖੇੜੇ ਮੱਥੇ, ਤੁਸੀਂ ਸਾਨੂੰ ਪਿਆਰ ਦਿਓ, ਕਬੂਲ ਕਰੋ ਬਸ। ਔਰ ਜਾਂਦੇ ਜਾਂਦੇ ਅਸੀਂ ਚਾਹੁੰਦੇ ਹਾਂ ਵੀ ਥੋੜਾ ਜਿਹੀ ਜੇ ਤੁਸੀਂ ਉਹਦਾ ਸਿੰਪਲ, ਹਾਂਜੀ, ਜਿਹੜਾ ਵੀ ਤੁਸੀਂ ਆਪ ਚੰਗਾ ਸਮਝੋ, ਕੋਈ ਕਿਸੇ ਗੀਤ ਦਾ ਮੁਖੜਾ ਕੋਈ। ਮੈਂ ਤੁਹਾਨੂੰ ਸਟੂਡੈਂਟ ਜਿਹੜਾ ਸਾਡਾ ਗਾਣਾ, ਉਹਦੀਆਂ ਸਿਰਫ ਮੈਂ 2 ਲਾਈਨਸ ਤੁਹਾਨੂੰ ਦੱਸਦਾ ਕਿ ਉਹ ਸਟੂਡੈਂਟ ਬੈਠਾ ਹੁਣ ਇੰਡੀਆ ਨੂੰ ਕਿੱਦਾਂ ਇਮੇਜਿਨ ਕਰ ਰਿਹਾ। ਉਹ ਕਹਿ ਰਿਹਾ, ਮਾਂ ਦੇ ਪਰੌਂਠਿਆਂ ਦੀ ਯਾਦ ਉਦੋਂ ਆਵੇ ਜਦੋਂ ਸੁੱਕੀਆਂ ਬਰੈਡਾਂ ਨੂੰ ਹਾਂ ਚੱਬਦੇ, ਖੂਨ ਦੀਆਂ ਘੁੱਟਾਂ ਪੀ ਜੋੜਦੇ ਰੁਪਈਏ ਸਾਰੇ ਮੈਨੂੰ ਮੇਰੇ ਭੈਣ ਭਾਈ ਲੱਗਦੇ, ਕਈਆਂ ਸਿਰ ਲਿਮਟਾਂ ਨੇ ਕਈਆਂ ਸਿਰ ਲੋਨ, ਇੱਥੇ ਸਾਰਿਆਂ ਦੇ ਹਾਲ ਇੱਕੋ ਜਿਹੇ ਨੇ, ਮਾਰਿਆ ਸ਼ਰੀਕਾਂ ਜਿਹੜਾ ਕਰਜ਼ੇ ਦਾ ਮਿਹਣਾ, ਬੋਲ ਸੂਲਾਂ ਵਾਂਗੂ ਸੀਨੇ ਚੁਬੇ ਪਏ ਨੇ, ਪਿੱਠ ਪਿੱਛੇ ਜਿਹੜੇ ਗੱਲਾਂ ਕਰਦੇ ਕੱਲ ਉਹਨਾਂ ਲਈ ਹੀ ਬਣ ਕੇ ਮਿਸਾਲ ਆਵਾਂਗੇ, ਸੁਪਨੇ ਤਾਂ ਪੂਰੇ ਅਸੀਂ ਕਰਕੇ ਹਟਾਂਗੇ, ਨਾ ਸੋਚਿਓ ਕਿ ਐਨੀ ਛੇਤੀ ਹਾਰ ਜਾਵਾਂਗੇ। ਕੀ ਬਾਤ ਹੈ ਜੀ, ਕੀ ਬਾਤ ਹੈ ਜੀ, ਸਾਨੂੰ ਬੜਾ ਚੰਗਾ ਲੱਗਿਆ ਤੁਸੀਂ ਸਮਾਂ ਕੱਢਿਆ, ਸਟੂਡੀਓ ਦੇ ਵਿੱਚ ਆਏ ਹੋ। ਕਦੇ ਵੀ ਤੁਸੀਂ ਟੋਰਾਂਟੋ ਆਉਂਦੇ ਹੋ ਤੇ ਜ਼ਰੂਰ ਸਾਨੂੰ ਦਰਸ਼ਨ ਦਿਆ ਕਰੋ, ਸਾਨੂੰ ਚੰਗਾ ਲੱਗਦਾ ਯੰਗਸਟਰ ਦੀਆਂ ਗੱਲਾਂ ਸੁਣ ਕੇ। ਮੈਨੂੰ ਵੀ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਹਾ ਬਈ, ਬੜੀ ਸੋਹਣੀ ਗੱਲਬਾਤ ਸੀ ਕਾਕੇ ਦੀ। ਕਾਕਾ ਪੜ੍ਹਿਆ ਲਿਖਿਆ ਹੈ। ਹਾਂ, ਦੇਖੋ ਜੀ, ਜਿਹੜਾ ਬੰਦਾ ਪੜ੍ਹਿਆ ਲਿਖਿਆ ਹੋਵੇ ਤੇ ਉਹਦਾ ਝਲਕ ਹੀ ਵੱਖਰੀ ਹੁੰਦੀ ਹੈ। ਬਿਲਕੁਲ ਜੀ, ਚਿਹਰੇ ਤੇ ਨੂਰ ਫਰਕ ਪੈ ਜਾਂਦਾ ਜਦੋਂ ਬੰਦੇ ਨੂੰ ਕੌਨਫੀਡੈਂਸ ਆ ਨਾ। ਬਿਲਕੁਲ, ਸਿਰਫ ਕੌਨਫੀਡੈਂਸ ਤੇ ਅੱਗੇ ਗੱਲ ਮੁੱਕਦੀ ਹੈ। ਹਾਂ, ਤੇ ਹੁਣ ਜਿਹੜਾ ਕੌਨਫੀਡੈਂਸ ਨਾ ਸਾਨੂੰ ਆਪਣੇ ਲੋਕਾਂ ਤੇ ਹੁੰਦਾ ਸੀ, ਸਾਡੀ ਜਿਹੜੀ ਇੱਥੋਂ ਦੀ ਸਰਕਾਰ ਹੈ ਉਹਨਾਂ ਤੇ ਹੁੰਦਾ ਸੀ, ਪਰ BC ਵਾਲੇ ਲੋਕ ਕੁਝ ਕੁ ਖਫਾ ਨੇ ਸਰਕਾਰ ਤੋਂ। ਉਹ ਕਹਿੰਦੇ ਵੀ ਇਹਨਾਂ ਦੀ ਜਿਹੜੀ ਐਮਰਜੈਂਸੀ ਅਲਰਟ ਸੀ, ਉਹ ਜਿਹੜਾ ਘੁੱਗੂ ਸੀ ਸਹੀ ਟਾਈਮ ਤੇ ਨਹੀਂ ਵਜਾਇਆ, ਜਦ ਕਿ ਵੱਜਣਾ ਚਾਹੀਦਾ ਸੀ। ਐਬਸਪੋਰਟ ਦੇ ਵਿੱਚ ਬੜੇ ਹੜ੍ਹ ਆਏ ਨੇ ਪਿਛਲੇ 2 ਹਫ਼ਤਿਆਂ ਤੋਂ ਚੱਲਦਾ। ਦੇਖੋ ਜੀ, ਆ ਕਾਕਾ ਵੇਖੋ, ਆ ਦੇਖੋ ਘਰ ਕਿੱਦਾਂ ਡੁੱਬ ਗਏ ਸਾਰੇ ਪਾਣੀ 'ਚ। ਇਹ ਮੈਂ ਦੱਸ ਦੇਵਾਂ, ਇੰਡੀਆ 'ਚ ਬੈਠੇ ਜਿਹੜੇ ਜਾਂ ਬਾਹਰਲੇ ਮੁਲਕਾਂ 'ਚ ਵੇਖ ਰਹੇ ਨੇ, ਐਬਸਪੋਰਟ ਹੈਗਾ ਆ ਸਰੀ ਤੋਂ ਥੋੜ੍ਹਾ ਜਿਹਾ ਗਾਹਾਂ, ਵੈਨਕੂਵਰ ਦਾ ਇਲਾਕਾ ਕਹਿ ਲਓ, ਵੈਨਕੂਵਰ ਦਾ ਇਲਾਕਾ, ਤੇ ਉੱਥੇ ਦੀਆਂ ਫਸਲਾਂ, ਗਾਈਆਂ, ਘੋੜੇ, ਬੜਾ ਨੁਕਸਾਨ ਹੋਇਆ ਉੱਥੇ। ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਜਾਨਵਰ ਜਿਹੜੇ ਸੀ ਮਰ ਗਏ, ਔਰ ਬਹੁਤ ਸਾਰੇ ਜਾਨਵਰਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ, ਕਾਮਯਾਬੀ ਵੀ ਮਿਲੀ ਹੈ। ਪਰ ਇੱਥੇ ਇੱਕ ਲੋਕ ਦਾ ਹੈ ਆ ਵੀ ਜਿਹੜੇ ਲੋਕਾਂ ਦੇ ਕੋਲ ਸਮਾਂ ਸੀ, ਉਹ ਇੱਕ ਦੂਜੇ ਦੀ ਹੈਲਪ ਕਰਕੇ ਉਹਨਾਂ ਨੇ ਬਹੁਤ ਕੁਝ ਬਚਾ ਲਿਆ। ਲੋਕੀ ਇੱਕ ਦੂਜੇ ਦੀ ਹੈਲਪ ਕਰਦੇ ਆ ਜੀ। ਅਸੀਂ ਧੰਨਵਾਦੀ, ਮੈਂ ਵੇਖਿਆ ਸਰੀ ਵਾਲੇ ਗੁਰੂ ਘਰ ਤੋਂ ਹੈਲੀਕਾਪਟਰ ਗਿਆ, ਉੱਥੇ ਜਿੰਨੇ ਆਪਣੇ ਟਰੱਕਾਂ ਵਾਲੇ ਮੁੰਡੇ ਜਾਂ ਡਰਾਈਵਰ ਫਸੇ ਹੋ ਸੀਗੇ ਹਾਈਵੇ ਦੇ ਉੱਤੇ, ਉਹਨਾਂ ਨੂੰ ਲਗਾਤਾਰ ਲੰਗਰ ਉੱਥੇ ਪਹੁੰਚਦਾ ਰਿਹਾ। ਔਰ ਜੀ ਗਰਮ ਖਾਣੇ ਜਿਹਨੂੰ ਕਹਿੰਦੇ ਹੌਟ ਮੀਲ ਉਹਨਾਂ ਨੇ ਸਰਵ ਕੀਤੇ ਨੇ। ਬਿਲਕੁਲ। ਇਸ ਲਈ ਸਿੱਖਾਂ ਦੀ ਬੜੀ ਪ੍ਰਸ਼ੰਸਾ ਹੋ ਰਹੀ ਹੈ ਪੂਰੇ ਜਿਹੜੇ ਮੇਨ ਸਟ੍ਰੀਮ ਦੇ ਵਿੱਚ ਵੀ। ਸਾਰੇ ਲੋਕ ਜੋ ਚੰਗਾ ਕੰਮ ਕਰਦੇ ਹੋ ਉਦੋਂ ਹਰੇਕ ਬੰਦਾ ਚੰਗਾ ਕਹਿੰਦਾ। ਬਿਲਕੁਲ ਜੀ, ਬਿਲਕੁਲ। 2-4 ਹੀ ਮਾੜੇ ਕੰਮ ਹੁੰਦੇ ਆ, ਬਾਕੀ ਤਾਂ ਕੰਮ ਸਾਰੇ ਚੰਗੇ ਹੀ ਆ ਬਈ। ਕਮਿਊਨਿਟੀ ਆਪਣੀ ਚੰਗੀ ਆ, ਬਸ 2-4 ਬੰਦਿਆਂ ਨੂੰ ਛੱਡ ਕੇ। 2-4 ਜਿਹੜੇ ਆ ਥੋੜੇ ਜਿਹੇ ਤਾਂ ਡਰੱਗ ਢੋਣ ਨੂੰ ਲੱਗੇ ਹੋ ਆ, ਥੋੜੇ ਜਿਹੇ ਟ੍ਰੇਲਰ ਚੋਰੀ ਕਰਨ ਨੂੰ ਲੱਗੇ ਹੋ ਆ, ਥੋੜੇ ਜਿਹੇ ਗੁਆਂਢੀਆਂ ਦੀਆਂ ਕਾਰਾਂ 'ਚੋਂ ਪੈਟਰੋਲ ਕੱਢ ਲੈਂਦੇ, ਬਸ 2-4 ਹੀ ਇੱਦਾਂ ਦੇ। ਥੋੜੇ ਜਿਹੇ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕੱਢ ਲੈਂਦੇ ਉਹ ਤਾਂ ਸ਼ਰੇਆਮ ਕੱਢਦੇ ਆ, ਤੇ ਉਤੋਂ ਵੀ ਥੋੜੇ ਜਿਹੇ ਘੱਟ ਆ, ਉਹ ਗੋਲਕ 'ਚੋਂ ਕੱਢ ਲੈਂਦੇ ਆ। ਮੈਂ ਇੱਥੇ ਹੀ ਆਉਣ ਲੱਗਾ ਸੀ, ਚੰਗਾ ਟਾਈਮ ਸਿਰ ਗੱਲ ਕਰ ਦਿੱਤੀ ਤੂੰ। ਇਹ ਗੋਲਕ ਵਾਲੇ ਪੈਸੇ ਪਚਣੇ ਨਹੀਂ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਇਹਨੂੰ ਮੋੜ ਕੇ ਗੋਲਕ 'ਚ ਪਾ ਦਿਓ ਤਾਂ ਜੋ ਗਰੀਬਾਂ ਦੀ ਜੋ ਸਹਾਇਤਾ ਹੁੰਦੀ ਰਹੇ। ਉਹ ਕਹਿੰਦਾ ਸਭ ਤੋਂ ਗਰੀਬ ਤਾਂ ਮੈਂ, ਆਪਣੀ ਸਹਾਇਤਾ ਆਪੇ ਕਰ ਲੈਂਦਾ। ਆਪ ਨਹੀਂ,
ਇਹ ਆਪ ਹੀ ਮਹਾਰਾਜ ਦਿੰਦਾ ਆ, ਆਪ ਨਾ ਕੱਢਿਆ ਕਰੋ ਗੋਲਕ ਚੋਂ। ਅੱਛਾ ਹਾਂ, ਤੇ ਰੱਬ ਤੁਹਾਡਾ ਭਲਾ ਕਰੇ। ਟਾਈਮ ਹੋ ਗਿਆ ਜ਼ਿਆਦਾ ਅੱਜ ਜੀ, ਟਾਈਮ ਹੋ ਗਿਆ। ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਯਾਦ ਕਰਾ ਦਈਏ, ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦਾ ਆ, ਵੈਸੇ ਤਾਂ ਵਧੀਆ ਲੱਗਣਾ ਚਾਹੀਦਾ ਆ, ਤੇ ਤੁਸੀਂ ਸਬਸਕ੍ਰਾਈਬ ਕਰ ਲਓ। ਬਠਿੰਡਾ ਟੂ ਬਰੈਂਪਟਨ ਜਿਹੜੀ ਟੱਲੀ ਜੀ ਲੱਗੀ ਹੈ, ਬਟਨ ਨੱਪ ਦਿਓ। ਬਿਲਕੁਲ, ਜਦੋਂ ਅਸੀਂ ਅਗਲਾ ਨਵਾਂ ਪ੍ਰੋਗਰਾਮ ਅਪਲੋਡ ਕੀਤਾ ਤੁਹਾਡੇ ਟਨ ਵੱਜ ਜਾਣੀ ਹੈ। ਬਿਲਕੁਲ ਜੀ, ਬਿਲਕੁਲ। ਤੇ ਸਮਾਂ ਹੋ ਗਿਆ ਖਤਮ, ਹੁਣ ਚੌਧਰੀ ਘਰ ਨੂੰ ਜਾਓ, ਮਿਲੀਏ ਫਿਰ। ਚਲੋ ਜੀ, ਸਤਿ ਸ੍ਰੀ ਅਕਾਲ ਜੀ।